ਮੁੱਖ ਮੰਤਰੀ ਭਗਵੰਤ ਮਾਨ ਦੀ ਕਾਨੂੰਗੋ ਅਤੇ ਡੀਸੀ ਕਰਮਚਾਰੀਆਂ ਨੂੰ ਸਿੱਧੀ ਚੇਤਾਵਨੀ, ਕੰਮ ਕਰੋ ਨਹੀਂ ਤੇ ਤੁਹਾਡੀ ਜਗ੍ਹਾ ਕਿਸੇ ਹੋਰ ਨੂੰ ਨੌਕਰੀ ਦੇ ਦਿੱਤੀ ਜਾਵੇਗੀ। ਇੱਕੋ ਇੱਕ ਹਿੰਦੁਸਤਾਨ ਦਾ ਸੂਬਾ ਜਿੱਥੇ ਸਭ ਤੋਂ ਵੱਧ ਜਿਹੜੀਆਂ ਤਨਖਾਹਾਂ ਅਗਰ ਕਿਸੇ ਦੀਆਂ ਹੈ ਤੇ ਉਹ ਪੰਜਾਬ ਦੇ ਮੁਲਾਜ਼ਮਾਂ ਦੀਆਂ। ਤੇ ਇੰਨੀਆਂ ਤਨਖਾਹਾਂ ਦੇ ਬਾਵਜੂਦ ਅਗਰ ਇਹ ਨਖਰੇ, ਡਰਾਮੇ, ਕਲਮ ਛੋੜ ਹੜਤਾਲ, ਪੈਨ ਡਾਊਨ ਸਟ੍ਰਾਈਕ, ਨਾਅਰੇਬਾਜ਼ੀ, ਜਿਹੜੇ ਲੋਕ ਦੂਰੋਂ ਦੁਰਾਡਿਓਂ ਦਫ਼ਤਰਾਂ ਦੇ ਵਿੱਚ ਆਉਂਦੇ, ਜਦੋਂ ਆਉਂਦੇ ਨੇ ਇਹ ਸਾਰੇ ਪੈਨ ਡਾਊਨ ਕਰਕੇ ਕਾਲੇ ਬਿੱਲੇ ਲਾ ਕੇ ਬੈਠੇ ਹੁੰਦੇ ਨੇ। ਇਹਨਾਂ ਦੀ ਤੇ ਦਿਹਾੜੀ ਪੈ ਗਈ, ਇਹਨਾਂ ਦੀ ਤੇ ਕਿਸੇ ਦੀ ਇੱਕ ਦਿਨ ਦੀ ਦਿਹਾੜੀ 3000 ਰੁਪਏ ਹੋਊਗੀ, ਕਿਸੇ ਦੀ 2000 ਰੁਪਏ ਹੋਊਗੀ। ਤੇ ਕਈ ਮਜ਼ਦੂਰ ਜਿਹੜੇ ਲੋਕ ਵਿਚਾਰਿਆਂ ਦੇ ਦਫ਼ਤਰਾਂ ਦੇ ਵਿੱਚ ਕੰਮ, ਉਹਨਾਂ ਨੂੰ ਮਹੀਨੇ 'ਚ 3000 ਰੁਪਏ ਦਾ ਨਹੀਂ ਕੰਮ ਮਿਲਦਾ ਗਾ। ਮਾਲ ਵਿਭਾਗ ਦਾ ਕੋਈ ਪਟਵਾਰੀ ਜਾਂ ਕਾਨੂੰਗੋ ਬੇਈਮਾਨ, ਭ੍ਰਿਸ਼ਟ, ਰਿਸ਼ਵਤਖੋਰ ਬੰਦਾ ਫੜਿਆ ਜਾਂਦਾ, ਉਹਨੂੰ ਬਚਾਉਣ ਵਾਸਤੇ ਫਿਰ ਸਰਕਾਰ ਨੂੰ ਬਲੈਕਮੇਲ ਕਰਦੇ ਨੇ, ਧਮਕਾਉਂਦੇ ਨੇ, ਡਰਾਉਂਦੇ ਨੇ ਕਿ ਅਸੀਂ ਕੰਮ ਛੱਡ ਦਾਂਗੇ। ਅਸਲ ਦੇ ਵਿੱਚ ਕੀ ਕਿ ਪੰਜਾਬ ਦੇ ਵਿੱਚ ਲਾਣਾ ਹੀ ਵਿਗੜਿਆ ਹੋਇਆ ਵਾ। ਜੇ ਕੋਈ ਪੁਲਿਸ ਵਾਲਾ ਬੇਈਮਾਨ ਫੜ ਲਓ ਤੇ ਪੁਲਿਸ ਵਾਲੇ ਇਕੱਠੇ ਹੋ ਕੇ ਕਹਿ ਦਿੰਦੇ ਹੈਗੇ ਕਿ ਸਰ ਮੋਰਾਲ ਡਾਊਨ ਹੋ ਜਾਊਗਾ। ਜੇ ਕੋਈ ਆਈਐਸ ਬੇਈਮਾਨ ਫੜਿਆ ਜਾਂਦਾ, ਪਰਚਾ ਦਰਜ ਹੋ ਜਾਂਦਾ, ਫਿਰ ਆਈਐਸ ਅਫਸਰ ਇਕੱਠੇ ਹੋ ਜਾਂਦੇ। ਜਦ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ, ਜਦ ਆਈਐਸ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ, ਫਿਰ ਜਿਹੜੇ ਦੂਜੇ ਨੇ ਬੀਡੀਪੀਓ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਉਹ ਵੀ ਫਿਰ ਇਕੱਠੇ ਹੋ ਜਾਂਦੇ। ਪੰਜਾਬ ਦੀ ਜਨਤਾ ਨੂੰ ਭਗਵੰਤ ਮਾਨ ਸਾਹਿਬ ਦਾ ਸਾਥ ਦੇਣਾ ਚਾਹੀਦਾ। ਕੋਈ ਪਟਵਾਰੀਆਂ ਦੇ ਦਫ਼ਤਰ ਚਲੇ ਜਾਓ, ਤਹਿਸੀਲਦਾਰ ਦੇ ਦਫ਼ਤਰ ਚਲੇ ਜਾਓ, ਜੇ ਬਾ ਆਪਣੀਆਂ ਝਾੜ ਕੇ ਆਉਂਦਾ, ਕੋਈ ਫਰਦ ਲੈਣੀ ਆ, ਕੋਈ ਸਰਟੀਫਿਕੇਟ ਬਣਾਉਣਾ ਹੈਗਾ, ਬਸ ਜਾਣ ਲੱਗੇ ਕਹਿੰਦੇ ਹਾਂਜੀ ਭਾਈ ਸਾਹਿਬ ਯਾਰ ਥੋੜਾ ਚਾਹ ਪਾਣੀ ਕਰ ਦਿਓ। ਚਾਹ ਪਾਣੀ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਇਹਨਾਂ ਅਫਸਰਾਂ ਦੇ ਕਿਸੇ ਵੀ ਦਫ਼ਤਰ ਦੇ ਵਿੱਚ ਚਲ ਜਾਓ, ਕਰਪਸ਼ਨ ਚੱਲਦੀ ਹੈਗੀ ਆ। ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਡਟੇ ਰਹੇ ਤੇ ਪੰਜਾਬ ਦੀ ਜਨਤਾ ਉਹਨਾਂ ਨੂੰ ਸਲਾਮ ਕਰਨਗੇ, ਨਹੀਂ ਤਾਂ ਫਿਰ ਇਹ ਕਹਿਣਗੇ ਯਾਰ ਸੀਐਮ ਸਾਹਿਬ ਪਹਿਲਾਂ ਬੋਲ ਤਾਂ ਵੱਡੇ ਕਰ ਜਾਂਦੇ ਨੇ, ਜਦੋਂ ਪਗਾਉਣੇ ਹੁੰਦੇ ਨੇ ਤੇ ਫਿਰ ਬੈਕਫੁੱਟ ਤੇ ਆ ਜਾਂਦੇ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਮਨਦੀਪ ਸਿੰਘ। ਮੁੱਖ ਮੰਤਰੀ ਭਗਵੰਤ ਮਾਨ ਦੀ ਕਾਨੂੰਗੋ ਅਤੇ ਡੀਸੀ ਕਰਮਚਾਰੀਆਂ ਨੂੰ ਸਿੱਧੀ ਚੇਤਾਵਨੀ, ਕੰਮ ਕਰੋ ਨਹੀਂ ਤੇ ਤੁਹਾਡੀ ਜਗ੍ਹਾ ਕਿਸੇ ਹੋਰ ਨੂੰ ਨੌਕਰੀ ਦੇ ਦਿੱਤੀ ਜਾਵੇਗੀ। ਦੂਜਾ ਮਸਲਾ ਪੰਚਾਇਤ ਨੂੰ ਲੈ ਕੇ ਕੱਲ੍ਹ ਹਾਈਕੋਰਟ ਦੇ ਵਿੱਚ ਪੰਚਾਇਤੀ ਮਸਲੇ ਨੂੰ ਲੈ ਕੇ ਸੁਣਵਾਈ ਹੈ, ਉਹਦੀ ਰੂਪਰੇਖਾ ਕੀ ਰਹੇਗੀ। ਦੋਨੋਂ ਵਿਸ਼ਿਆਂ ਤੇ ਗੱਲ ਕਰਨ ਵਾਸਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਸਾਹਿਬ। ਮੁੱਖ ਮੰਤਰੀ ਦੀ ਸਿੱਧੀ ਚੇਤਾਵਨੀ, ਇਹ ਚੇਤਾਵਨੀ ਰਹੇਗੀ ਜਾਂ ਅੱਗੇ ਵੀ ਮੁੱਖ ਮੰਤਰੀ ਭਗਵੰਤ ਮਾਨ ਕਾਰਵਾਈ ਕਰ ਸਕਦੇ ਨੇ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਹਰ ਇੱਕ ਨੂੰ ਹੱਕ ਹੈਗਾ ਆਪਣੀਆਂ ਮੰਗਾਂ ਨੂੰ ਲੈ ਕੇ, ਕਿ ਜੇ ਉਹਨਾਂ ਦੀਆਂ ਜਾਇਜ਼ ਮੰਗਾਂ ਹੈਗੀਆਂ ਤੇ ਹੜਤਾਲ ਕਰ ਸਕਦੇ, ਨਾਅਰੇਬਾਜ਼ੀ, ਸੰਘਰਸ਼ ਕਰ ਸਕਦੇ ਨੇ। ਲੇਕਿਨ ਜੇ ਤੁਸੀਂ ਨਜਾਇਜ਼ ਕਰਦੇ ਨੇ, ਸਰਕਾਰ ਇਹ ਕਹਿ ਰਹੀ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਲੈਟਰ ਜਾਰੀ ਹੋਇਆ ਕਿ ਬਲੈਕਮੇਲ ਕਰ ਰਹੇ ਨੇ, ਥ੍ਰੈਟ ਕਰ ਰਹੇ ਨੇ, ਉਸ ਮਸਲੇ ਦੇ ਵਿੱਚ ਕਾਨੂੰਨ ਆ ਗਿਆ ਐਸਮਾ, ਉਹਦੇ ਤਹਿਤ ਉਹ ਕਹਿੰਦੇ ਕਿ ਫਿਰ ਤੁਹਾਡੇ ਖਿਲਾਫ ਕਾਰਵਾਈ ਹੋਊਗੀ, ਤੁਹਾਨੂੰ ਮੌਕੇ 'ਤੇ ਮੁਅੱਤਲ ਕੀਤਾ ਜਾਊਗਾ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰੀ ਨੌਕਰੀ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਸਮੱਸਿਆ ਕੀ ਆਈ ਆ, ਉਹ ਤੇ ਤਨਖਾਹਾਂ ਮੋਟੀਆਂ ਨੇ। ਇੱਕੋ ਇੱਕ ਹਿੰਦੁਸਤਾਨ ਦਾ ਸੂਬਾ ਜਿੱਥੇ ਸਭ ਤੋਂ ਵੱਧ ਜਿਹੜੀਆਂ ਤਨਖਾਹਾਂ ਅਗਰ ਕਿਸੇ ਦੀਆਂ ਹੈ ਤੇ ਉਹ ਪੰਜਾਬ ਦੇ ਮੁਲਾਜ਼ਮਾਂ ਦੀਆਂ। ਉਦਾਹਰਨ ਦੇ ਤੌਰ 'ਤੇ ਸਾਡਾ ਇੱਕ, ਜੇ ਕਿਸੇ ਆਪਾਂ ਮੋਟੇ ਦੇ ਤੌਰ 'ਤੇ ਜੇ ਕੋਈ 10 ਸਾਲ ਦੀ ਸਰਵਿਸ ਹੋ ਗਈ ਸਿਪਾਹੀ ਦੀ, ਉਹਦੀ ਤਨਖਾਹ ਦਿੱਲੀ ਦੇ ਵਿੱਚ ਇੰਸਪੈਕਟਰ ਦੇ ਬਰਾਬਰ ਆ ਤੇ ਹਰਿਆਣੇ ਦੇ ਵਿੱਚ ASI ਦੇ ਬਰਾਬਰ ਆ। ਜੇ ਸਾਡਾ ਇੱਥੇ ਕੋਈ ਟੀਚਰ ਆ ਜਾਂ ਕੋਈ ਕਲਰਕ ਆ, ਉਹ ਉੱਥੇ ਜਾ ਕੇ ਤਹਿਸੀਲਦਾਰ ਦੇ ਬਰਾਬਰ ਪੈਂਦਾ। ਇੰਨੀਆਂ ਤਨਖਾਹਾਂ ਦੇ ਬਾਵਜੂਦ ਅਗਰ ਇਹ ਨਖਰੇ, ਡਰਾਮੇ, ਕਲਮ ਛੋੜ ਹੜਤਾਲ, ਪੈਨ ਡਾਊਨ ਸਟ੍ਰਾਈਕ, ਨਾਅਰੇਬਾਜ਼ੀ, ਕੰਮ ਵਰਕ ਬੋਝ ਤੁਸੀਂ ਪੈਂਦਾ ਸਰਕਾਰ 'ਤੇ, ਇੱਕ ਦਿਨ ਦੀ ਕਿੰਨੀ ਤਨਖਾਹ ਬਣਦੀ। ਜਿਹੜੇ ਲੋਕ ਦੂਰੋਂ ਦੁਰਾਡਿਓਂ ਦਫ਼ਤਰਾਂ ਦੇ ਵਿੱਚ ਆਉਂਦੇ, ਜਦੋਂ ਆਉਂਦੇ ਨੇ ਤੇ ਸਾਰੇ ਪੈਨ ਡਾਊਨ ਕਰਕੇ ਕਾਲੇ ਬਿੱਲੇ ਲਾ ਕੇ ਬੈਠੇ ਹੁੰਦੇ ਨੇ। ਇਹਨਾਂ ਦੀ ਤੇ ਦਿਹਾੜੀ ਪੈ ਗਈ, ਇਹਨਾਂ ਦੀ ਤੇ ਕਿਸੇ ਦੀ ਇੱਕ ਦਿਨ ਦੀ ਦਿਹਾੜੀ 3000 ਰੁਪਏ ਹੋਊਗੀ, ਕਿਸੇ ਦੀ 2000 ਰੁਪਏ ਹੋਊਗੀ। ਤੇ ਕਈ ਮਜ਼ਦੂਰ ਜਿਹੜੇ ਲੋਕ ਵਿਚਾਰਿਆਂ ਦੇ ਦਫ਼ਤਰਾਂ ਦੇ ਵਿੱਚ ਕੰਮ, ਉਹਨਾਂ ਨੂੰ ਮਹੀਨੇ 'ਚ 3000 ਰੁਪਏ ਦਾ ਨਹੀਂ ਕੰਮ ਮਿਲਦਾ ਗਾ। ਤੇ ਇਸ ਮਸਲੇ 'ਤੇ ਲੱਗਦਾ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੇ ਕੋਈ ਕੰਮ ਕਰਦਾ ਠੀਕ ਆ, ਨਹੀਂ ਤੇ ਉਹਨਾਂ ਦੇ ਅਜਿਹੇ ਅਫਸਰਾਂ ਦੇ ਖਿਲਾਫ ਕਾਰਵਾਈ ਸਖਤੀ ਕਰਨੀ ਬਣਦੀ। ਹੁਣ ਮੁੱਖ ਮੰਤਰੀ ਕੀ ਕਹਿ ਰਹੇ ਨੇ? ਉਹ ਕਹਿ ਰਹੇ ਕਿ ਜਾਂ ਤਾਂ ਤੁਹਾਡੀ ਕੋਈ ਜਾਇਜ਼ ਮੰਗ, ਨਜਾਇਜ਼ ਮੰਗ ਹੈ। ਜੇ ਕੋਈ ਮਾਲ ਵਿਭਾਗ ਦਾ ਕੋਈ ਪਟਵਾਰੀ ਜਾਂ ਕਾਨੂੰਗੋ ਬੇਈਮਾਨ, ਭ੍ਰਿਸ਼ਟ, ਰਿਸ਼ਵਤਖੋਰ ਬੰਦਾ ਫੜਿਆ ਜਾਂਦਾ, ਉਹਨੂੰ ਬਚਾਉਣ ਵਾਸਤੇ ਫਿਰ ਸਰਕਾਰ ਨੂੰ ਬਲੈਕਮੇਲ ਕਰਦੇ ਨੇ, ਧਮਕਾਉਂਦੇ ਨੇ, ਡਰਾਉਂਦੇ ਨੇ ਕਿ ਅਸੀਂ ਕੰਮ ਛੱਡ ਦਾਂਗੇ। ਕਿਉਂਕਿ ਹੜ੍ਹਾਂ ਦਾ ਮੌਸਮ ਆ, ਲੋਕੀ ਬਿਪਤਾ ਦੇ ਵਿੱਚ ਆ। 6.5 ਲੱਖ ਏਕੜ ਜਿਹੜੀ ਜ਼ਮੀਨ ਆ, ਝੋਨਾ, ਮੱਕੀ ਦੀ ਫਸਲ ਬਰਬਾਦ ਹੋ ਗਈ ਆ।
ਕੋਈ 30,000 ਦੇ ਕਰੀਬ ਡੰਗਰ ਮਰ ਗਏ ਨੇ, 70 ਤੋਂ ਵੱਧ ਮੌਤਾਂ ਹੋ ਗਈਆਂ, ਤੇ ਇਹ ਸਰਕਾਰ ਨੂੰ ਧਮਕਾ ਰਹੇ, ਡਰਾ ਰਹੇ ਨੇ। ਮੈਨੂੰ ਲੱਗਦਾ ਕਿ ਅਜਿਹੇ ਲੋਕਾਂ ਦੇ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਆ। ਇੱਕ ਤੁਸੀਂ ਪਟਵਾਰੀ ਵੀ ਜਿਹੜਾ ਮਾੜੇ ਤੋਂ ਮਾੜਾ ਹੋਊਗਾ, ਉਹਦੀ ਜਿਹੜੀ ਸਰਵਿਸ ਹਿਸਾਬ ਦੇ ਨਾਲ ਉਹ ਵੀ 70-80 ਹਜ਼ਾਰ ਰੁਪਏ, ਕਾਨੂੰ ਕੋ 1.5 ਲੱਖ ਦੇ ਆਸ-ਪਾਸ ਪੈਂਦਾ ਹੋਊਗਾ, ਫਿਰ ਵੀ ਤੁਸੀਂ ਡਰਾਉਂਦੇ ਧਮਕਾਉਂਦੇ ਹੋ। ਅਸਲ ਦੇ ਵਿੱਚ ਕੀ ਕਿ ਪੰਜਾਬ ਦੇ ਵਿੱਚ ਲਾਣਾ ਹੀ ਵਿਗੜਿਆ ਹੋਇਆ ਵਾ। ਕੋਈ ਵੀ ਜੇ ਕੋਈ ਪੁਲਿਸ ਵਾਲਾ ਬੇਈਮਾਨ ਫੜ ਲਓ ਤੇ ਪੁਲਿਸ ਵਾਲੇ ਇਕੱਠੇ ਹੋ ਕੇ ਕਹਿ ਦਿੰਦੇ ਹੈਗੇ ਕਿ ਸਰ ਮੋਰਾਲ ਡਾਊਨ ਹੋ ਜਾਊਗਾ, ਮੁੱਖ ਮੰਤਰੀ ਜਿਹੜੇ ਵੀ ਮੌਕੇ ਤੇ ਉਹ ਬੈਗ ਆ ਜਾਂਦੇ, ਗੇਅਰ ਪਾ ਲੈਂਦੇ ਨੇ। ਜੇ ਕੋਈ IAS ਬੇਈਮਾਨ ਫੜਿਆ ਜਾਂਦਾ, ਪਰਚਾ ਦਰਜ ਹੋ ਜਾਂਦਾ, ਫਿਰ IAS ਅਫਸਰ ਇਕੱਠੇ ਹੋ ਜਾਂਦੇ। ਜਦ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ, ਜਦ IAS ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ, ਫਿਰ ਜਿਹੜੇ ਦੂਜੇ ਨੇ BDPO, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਉਹ ਵੀ ਫਿਰ ਇਕੱਠੇ ਹੋ ਜਾਂਦੇ ਕਿ ਜੇ IPS ਅਫਸਰਾਂ ਦਾ, IAS ਅਫਸਰਾਂ ਦਾ ਨਹੀਂ ਵਾਲ ਵਿੰਗਾ ਹੋ ਸਕਦਾ, ਉਹਨਾਂ ਦਾ ਨਹੀਂ ਵਿਗੜ ਸਕਦਾ, ਤੇ ਸਾਡਾ ਭਗਵੰਤ ਮਾਨ ਸਾਹਿਬ ਕੀ ਵਿਗਾੜ ਲੈਣਗੇ। ਪਿੱਛੇ ਜੇ ਇੱਕ MLA ਨੇ ਛਾਪੇ ਮਾਰ ਦਿੱਤੇ ਦਫ਼ਤਰ ਦੇ ਵਿੱਚ, ਸਾਰੇ ਜਿਹੜੇ ਨੇ ਤਹਿਸੀਲਦਾਰ ਤੇ ਉਹ ਇਕੱਠੇ ਹੋ ਗਏ ਨੇ, ਉਹ ਉਲਟਾ MLA ਠੰਡਾ ਹੋ ਕੇ ਬੈਠ ਗਿਆ। ਹੁਣ ਇਸ ਮਸਲੇ 'ਚ ਮੈਨੂੰ ਲੱਗਦਾ ਕਿ ਪੰਜਾਬ ਦੀ ਜਨਤਾ ਨੂੰ ਭਗਵੰਤ ਮਾਨ ਸਾਹਿਬ ਦਾ ਸਾਥ ਦੇਣਾ ਚਾਹੀਦਾ। ਕੋਈ ਪਟਵਾਰੀਆਂ ਦੇ ਦਫ਼ਤਰ ਚਲੇ ਜਾਓ, ਤਹਿਸੀਲਦਾਰ ਦੇ ਦਫ਼ਤਰ ਚਲੇ ਜਾਓ, ਜੇਬਾਂ ਆਪਣੀਆਂ ਝਾੜ ਕੇ ਆਉਂਦਾ, ਜੇਬਾਂ ਝਾੜ ਕੇ ਨਹੀਂ ਆਉਂਦਾ, ਜੇਬਾਂ ਖਾਲੀ ਕਰਕੇ ਆਉਂਦਾ ਹੈਗਾ। ਤੁਸੀਂ ਫਰਦ ਲੈਣੀ ਆ, ਕੋਈ ਸਰਟੀਫਿਕੇਟ ਬਣਾਉਣਾ ਹੈਗਾ, ਬਸ ਜਾਣ ਲੱਗੇ ਕਹਿੰਦੇ ਹਾਂਜੀ ਭਾਈ ਸਾਹਿਬ ਯਾਰ ਥੋੜਾ ਚਾਹ ਪਾਣੀ ਕਰ ਜੋ। ਚਾਹ ਪਾਣੀ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਇਹਨਾਂ ਅਫਸਰਾਂ ਦੇ। ਕਿਸੇ ਵੀ ਦਫ਼ਤਰ ਦੇ ਵਿੱਚ ਚਲ ਜਾਓ, ਕਰਪਸ਼ਨ ਚੱਲਦੀ ਹੈਗੀ ਆ। ਔਰ ਇਸ ਮਸਲੇ ਦੇ ਵਿੱਚ ਹੁਣ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਲੈਟਰ ਆ ਉਹ ਤਾਂ ਬੜਾ ਸਖਤ ਆ। ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਡਟੇ ਰਹੇ, ਜੋ ਅੱਜ ਉਹਨਾਂ ਨੇ ਕਿਹਾ ਉਸ ਕਹੇ ਤੇ ਉਹ ਪੂਰਾ ਕਰ ਗਏ, ਕਹਿਣੀ ਤੇ ਕਰਨੀ ਦੇ ਮਾਲਕ ਬਣ ਕੇ ਪੰਜਾਬ ਦੇ ਵਿੱਚ ਜਨਤਾ ਦੇ ਸਾਹਮਣੇ ਪੇਸ਼ ਆ ਗਏ, ਤੇ ਪੰਜਾਬ ਦੀ ਜਨਤਾ ਉਹਨਾਂ ਨੂੰ ਸਲਾਮ ਕਰਨਗੇ। ਨਹੀਂ ਤਾਂ ਫਿਰ ਇਹ ਕਹਿਣਗੇ ਯਾਰ CM ਸਾਹਿਬ ਪਹਿਲਾਂ ਬੋਲ ਤਾਂ ਵੱਡੇ ਕਰ ਜਾਂਦੇ ਨੇ, ਜਦੋਂ ਪਗਾਉਣੇ ਹੁੰਦੇ ਨੇ ਤੇ ਫਿਰ ਬੈਕਫੁੱਟ ਤੇ ਆ ਜਾਂਦੇ। ਹੁਣ ਆਹ ਸਵਾਲ ਹੈ ਕਿ ਇੱਕ ਪਾਸੇ ਤੇ ਪਟਵਾਰੀ ਤੇ ਕਾਨੂੰਗੋ ਜਿਹੜੇ ਫੜੇ ਗਏ ਨੇ, ਉਸ ਮਸਲੇ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਹੈ ਕਿ ਅਸੀਂ ਹੜਤਾਲ ਕਰਾਂਗੇ, ਸਾਡੇ ਬੰਦੇ ਦੇ ਖਿਲਾਫ ਪਰਚਾ ਰੱਦ ਕਰੋ। ਯਾਰ ਇੱਕ ਤਾਂ ਤੁਸੀਂ ਪੈਸੇ ਲੈਂਦੇ ਹੋ, ਵਿਜੀਲੈਂਸ ਵਾਲੇ ਨਾ ਤੁਹਾਨੂੰ ਰੰਗੇ ਹੱਥੀਂ ਫੜਿਆ। ਜਿਹੜਾ ਬੰਦਾ ਰੰਗੇ ਹੱਥੀਂ ਫੜਿਆ ਹੋਵੇ ਉਹ ਵੀ ਬਾਅਦ 'ਚ ਕਹਿ ਦੇ ਕਿ ਮੈਂ ਨਹੀਂ ਪੈਸੇ ਲਏ, ਤੇ ਇਹ ਤੇ ਜੱਗੋਂ 13ਵੀਂ ਗੱਲ ਹੋ ਗਈ ਨਾ। ਜਾਂ ਤਾਂ ਉਹਨੇ ਕਿ ਬੰਦਾ ਕੋਈ ਜਦੋਂ ਵਿਜੀਲੈਂਸ ਫੜਦੀ ਹੈ 2 ਸਰਕਾਰੀ ਗਵਾਹ ਰੱਖਦੀ ਹੈ, ਜਾਂ ਤੇ ਸਰਕਾਰੀ ਗਵਾਹ ਵੀ ਕਹਿਣ ਵੀ ਨਹੀਂ ਵਿਜੀਲੈਂਸ ਵਾਲਿਆਂ ਨੇ ਧੱਕੇ ਨਾਲ ਫੜਿਆ। ਤੇ ਇਸ ਦੇ ਕਰਕੇ ਆ ਹੁਣ ਜਿਹੜਾ ਮਸਲਾ ਇਹ ਆਇਆ, ਇਸ ਮਸਲੇ ਦੇ ਵਿੱਚ ਭਗਵੰਤ ਮਾਨ ਨੇ ਜਿਹੜਾ ਮੁੱਦਾ ਚੱਕਿਆ, ਕਿਉਂਕਿ ਪਹਿਲਾਂ ਵੀ ਚੁੱਕਿਆ ਹੈ, ਜਿਹੜੇ ਨਾਇਬ ਤਹਿਸੀਲਦਾਰ ਉਦੋਂ ਸਰਕਾਰ ਨੇ ਵੀ ਆਰਡਰ ਪਾਸ ਕੀਤੇ ਕਿ ਜੇ 24 ਘੰਟੇ ਦੇ ਵਿੱਚ ਜੇ ਤੁਸੀਂ ਆਪਣੇ ਕੰਮ ਤੇ ਨਾ ਬੋੜੇ ਤੇ ਮੈਂ ਸਸਪੈਂਡ ਕਰ ਦੇਣੇ ਹੈਗੇ। ਫਿਰ ਸਾਰੇ ਆ ਗਏ ਸੀ ਨਾ। ਹੁਣ ਵੀ ਮੈਨੂੰ ਲੱਗਦਾ ਕਿ ਜਿੱਥੇ ਕਾਨੂੰਗੋ ਜਾਂ ਪਟਵਾਰੀ ਇਹ ਅੜੇ ਹੋਏ ਨੇ, ਇਹਨਾਂ ਨੂੰ ਬੈਕਫੁੱਟ ਤੇ ਆਉਣਾ ਪੈਣਾ। ਮੁੱਖ ਮੰਤਰੀ ਨੇ ਤੇ ਵੀ ਕਹਿ ਦਿੱਤਾ ਕਿ ਤੁਸੀਂ ਕਲਮ ਛੱਡੋ, ਹੜਤਾਲ ਤੇ ਬੈਠੇ ਨਾ, ਕਲਮ ਛੱਡ ਦਿਓ, ਤੁਹਾਡੇ ਹੱਥ 'ਚ ਕਲਮ ਰਹਿਣੀ ਕਿ ਨਹੀਂ ਰਹਿਣੀ ਇਹ ਮੈਂ ਫੈਸਲਾ ਕਰਨਾ, ਪੰਜਾਬ ਸਰਕਾਰ ਨੇ ਫੈਸਲਾ ਕਰਨਾ। ਉਹ ਕਹਿੰਦੇ ਬਥੇਰੇ ਨੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ, ਮੈਂ ਉਹਨਾਂ ਨੂੰ ਰੱਖਾਂਗਾ। ਔਰ ਦੂਜੀ ਸਭ ਤੋਂ ਵੱਡੀ ਗੱਲ, ਇੱਕ 13, 14, 15 ਸਤੰਬਰ ਨੂੰ ਜਿਹੜੇ ਜ਼ਿਲ੍ਹਿਆਂ ਦੇ ਵਿੱਚ DC ਦਫ਼ਤਰਾਂ ਦੇ ਵਿੱਚ ਜਾਂ ਤਹਿਸੀਲਦਾਰ ਜਾਂ SDM ਦੇ ਦਫ਼ਤਰਾਂ 'ਚ ਕੰਮ ਕਰਦੇ ਨੇ, DC ਇੰਪਲਾਈਜ਼ ਯੂਨੀਅਨ, ਉਹ ਵੀ ਕਹਿ ਰਹੇ ਕਿ ਸਾਡੀਆਂ ਮੰਗਾਂ ਨਾ ਮੰਨੀਆਂ, ਅਸੀਂ ਵੀ 3 ਦਿਨ ਕਲਮ ਛੋੜ ਹੜਤਾਲ ਕਰ। ਪੰਜਾਬ ਤੇ ਪਖੰਡ ਹੀ ਫੜ ਲਿਆ ਗਾ। ਇਸ ਮਸਲੇ ਲੱਗਦਾ ਕਿ ਪੰਜਾਬ ਦੇ ਵਿੱਚ ਐਗਜ਼ਾਮਪਲ ਜਿਹੜੀ ਸੈੱਟ ਕੀਤੀ ਸੀ ਉਹ ਪ੍ਰਤਾਪ ਸਿੰਘ ਕੈਰੋਂ ਨੇ ਕੀਤੀ ਸੀ। ਪ੍ਰਤਾਪ ਸਿੰਘ ਕੈਰੋਂ ਵਰਗਾ ਪੰਜਾਬ ਨੂੰ ਕਦੀ ਮੁੱਖ ਮੰਤਰੀ ਨਹੀਂ ਮਿਲਣਾ ਜੀ। ਜਿਵੇਂ ਉਹਨਾਂ ਦਾ ਵਿਜ਼ਨ ਸੀ, ਜਿਵੇਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸੀ, ਪੰਜਾਬ ਦੇਸ਼ ਨਵਾਂ ਆਜ਼ਾਦ ਹੋ ਗਿਆ ਤੇ ਪੰਜਾਬ ਨੂੰ ਘੱਟੋ 18-20 ਉਹਨਾਂ ਨੇ ਅਜਿਹੀਆਂ ਵਡਮੁੱਲੀਆਂ ਸੁਗਾਤਾਂ ਦਿੱਤੀਆਂ ਨੇ। ਉਸ ਤੋਂ ਬਾਅਦ ਚਾਹੇ ਬੇਅੰਤ ਸਿੰਘ ਆ ਗਏ, ਗਿਆਨੀ ਜੈਲ ਸਿੰਘ ਆ ਗਏ, ਲక్ష్మణ ਸਿੰਘ ਗਿੱਲ ਆ ਗਏ, ਦਰਬਾਰਾ ਸਿੰਘ ਆ ਗਏ, ਬੇਅੰਤ ਸਿੰਘ ਆ ਗਏ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਆ ਗਏ, ਕੈਪਟਨ ਅਮਰਿੰਦਰ ਸਿੰਘ ਆ ਗਏ। ਜਿੰਨੇ ਪ੍ਰਤਾਪ ਸਿੰਘ ਕੈਰੋਂ ਕੰਮ ਕਰ ਗਿਆ, ਉਹਨਾਂ ਕੋਈ ਵੀ ਮੁੱਖ ਮੰਤਰੀ ਕੰਮ ਨਹੀਂ ਕਰ ਸਕਿਆ। ਚਾਹੇ ਪੈਕ ਹੋਵੇ, ਚਾਹੇ PGI ਹੋਵੇ, ਯੂਨੀਵਰਸਿਟੀ ਹੋ ਗਏ, ਕਰਨਾਲ ਵਾਲੀ ਜਿਹੜੀ ਹੋ ਗਈ, ਇੱਦਾਂ ਦੇ ਇੰਨੇ ਉਹਨਾਂ ਭਾਖੜਾ ਡੈਮ, ਉਹ ਇੰਨੇ ਕੰਮ ਕੀਤੇ ਨੇ, ਉਹ ਅੱਜ ਵੀ ਇਤਿਹਾਸ ਦੇ ਵਿੱਚ ਦਰਜ ਨੇ। ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਮੁੱਖ ਮੰਤਰੀ ਨਹੀਂ ਮਿਲਿਆ ਹੈਗਾ। ਔਰ ਦੂਜੀ ਗੱਲ, ਉਦੋਂ ਵੀ ਉਹਨਾਂ ਵੇਲੇ ਪਟਵਾਰੀਆਂ ਨੇ ਭਾਵੇਂ ਕਿਹਨਾਂ ਨੇ ਹੜਤਾਲ ਕੀਤੀ ਸੀ, ਸਾਰਿਆਂ ਨੇ ਇੱਕੋ ਦਿਨ ਟਰਮੀਨੇਟ ਕਰਕੇ ਉਹਨਾਂ ਦੀ ਜਗ੍ਹਾ ਬੰਦੇ ਨਵੇਂ ਰੱਖ ਲਿਆ ਗਏ। ਇਸ ਕਰਕੇ ਐਗਜ਼ਾਮਪਲ, ਜਦੋਂ ਵੀ ਮੁਲਾਜ਼ਮ ਹੜਤਾਲ 'ਤੇ ਜਾਂਦੇ ਨਾ, ਪੰਜਾਬ ਦੇ ਲੋਕ ਜਿਨ੍ਹਾਂ ਨੇ ਪ੍ਰਤਾਪ ਸਿੰਘ ਕੈਰੋਂ ਦਾ ਰਾਜ ਦੇਖਿਆ ਹੈਗਾ, ਉਹ ਕਹਿੰਦੇ ਹੈਗੇ ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਕੋਈ ਹੜਤਾਲ ਨਹੀਂ ਹੁੰਦੀ, ਜਿਨ੍ਹਾਂ ਨੇ ਕੀਤੀ ਹੈਗੀ ਸੀ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਹੈਗਾ ਸੀ। ਤੇ ਇਸ ਕਰਕੇ ਇਹ ਜੇ ਵਾਰ-ਵਾਰ ਜਿਹੜੇ ਮੁਲਾਜ਼ਮ ਤੰਗ ਕਰਦੇ ਨੇ, ਬਲੈਕਮੇਲ ਕਰਦੇ ਨੇ, ਠੀਕ ਹੈ। ਇੱਕ ਤਾਂ ਨਾ ਬੇਰੁਜ਼ਗਾਰ ਬੰਦਾ,
ਵੀ ਉਹਨੂੰ ਕੰਮ ਨਹੀਂ ਮਿਲ ਰਿਹਾ, ਕੋਈ ਬੰਦਾ ਨਹਿਰ 'ਚ ਛਾਲ ਮਾਰ ਦਿੰਦਾ, ਕੋਈ ਟੈਂਕੀ ਤੇ ਚੜ੍ਹ ਜਾਂਦਾ ਹੈਗਾ। ਇਹ ਕਿਤੇ ਮੰਨਿਆ ਬੇਰੁਜ਼ਗਾਰ ਲੋਕਾਂ ਦਾ, ਉਹਨਾਂ ਦਾ ਰਾਈਟ ਆ ਵੀ ਅਸੀਂ ਪੜ੍ਹੇ ਲਿਖੇ, ਸਾਨੂੰ ਪ੍ਰੋਮਿਸ ਕੀਤਾ, ਆਪਾਂ ਮੰਨ ਗਏ ਕੱਚੇ ਮੁਲਾਜ਼ਮ ਹੀ ਤੁਸੀਂ ਪਹਿਲਾਂ ਭਰਤੀ ਕਰ ਲਏ, ਉਹਨਾਂ ਦਾ ਵੀ ਰਾਈਟ ਹੈਗਾ। ਜਿਹੜੇ ਖਾਂਦੇ ਪੀਂਦੇ ਵਿਗੜੇ ਹੋਏ ਨੇ, ਪਟਵਾਰੀ ਵੀ 70 80 90 ਹਜ਼ਾਰ ਤਨਖਾਹ, ਕਾਨੂੰਗੋ 1.5 2 ਲੱਖ ਰੁਪਈਆ ਤਨਖਾਹ ਹੋਊਗੀ, ਨਾਇਬ ਤਹਿਸੀਲਦਾਰਾਂ ਦੀ ਕਿੰਨੀ ਤਨਖਾਹ ਹੋਊਗੀ, ਉੱਪਰੋਂ ਕਿੰਨਾ ਬਣ ਜਾਂਦਾ, ਕਿੰਨੇ ਹਿੱਸੇ ਜਾਂਦੇ। ਜਿਹੜੇ ਇਹ ਵਾਲੇ ਜਿਹੜੇ ਲੋਕ ਵਿਗੜੇ ਨਾ, ਖਾਂਦੇ ਪੀਂਦੇ ਵਿਗੜੇ ਜਿਹੜੇ ਲੋਕ ਆ, ਉਹਨਾਂ ਨੂੰ ਸੁਧਾਰ ਕਰਨ ਦੀ ਜ਼ਰੂਰਤ ਆ। ਮੈਂ ਕਹਿੰਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਟਰਮੀਨੇਟ ਕਰਨਾ ਚਾਹੀਦਾ। ਤੇ ਜਿਹੜਾ ਪਟਵਾਰੀ ਜਿਹੜਾ 80,000 90,000 ਰੁਪਏ ਅੱਜ ਤਨਖਾਹ ਲੈ ਰਿਹਾ ਨਾ ਜੀ, ਉਹਦੇ ਜਗ੍ਹਾ ਨਵੇਂ ਰੱਖੋਗੇ ਨਾ, ਤੇ ਜਿਹੜੀ 2 ਸਾਲ ਬੇਸਿਕ ਆ ਜਾਂ ਪੂਰੀ ਤਨਖਾਹ ਲੈ ਲਓ, ਉਹ 25 30 ਹਜ਼ਾਰ ਤੁਹਾਡੇ ਕਿੰਨੇ ਪੈਸੇ ਬਚ ਜਾਣੇ ਹੈਗੇ ਨੇ। ਇਸ ਕਰਕੇ ਜਿਨ੍ਹਾਂ ਦਾ ਰਾਈਟ ਹੈਗਾ ਹੜਤਾਲ ਕਰਨੀ ਕਰੋ, ਪਰ ਇਹ ਕੀ ਹੋਇਆ ਜੀ, ਬਲੈਕਮੇਲ ਕਰਨਾ, ਅਸੀਂ ਕੰਮ ਛੱਡ ਦੇਣਾ, 3 ਦਿਨ ਕੰਮ ਕਰ ਛੱਡ ਦੇਣਾ ਹੈਗਾ। ਇਹ ਕੀ ਗੱਲ ਹੈ? ਬਾਪੂ ਦਾ ਰਾਜ ਆ ਜਾਂ ਘਰ ਦਾ ਰਾਜ ਹੈਗਾ? ਸਰਕਾਰ ਆ, ਜੇ ਕੰਮ ਨਹੀਂ ਕਰਨਾ ਛੱਡ ਦੋ, ਲੋਕੀ ਬੇਰੁਜ਼ਗਾਰ ਤੁਰੇ ਫਿਰਦੇ। ਸੀਐਮ ਸਾਹਿਬ ਨੇ ਵੀ ਇਹ ਵੀ ਕਿਹਾ। ਜਿਵੇਂ ਦਿਨੇਸ਼ ਚੱਡਾ ਨਾਲ ਪਿੱਛੇ ਇੱਕ ਵਿਵਾਦ ਹੋਇਆ ਸੀ, ਉਦੋਂ ਵੀ ਉਹਨਾਂ ਨੂੰ ਮਾਫੀ ਮੰਗ ਕੇ ਆਪਣਾ ਸਟੈਂਡ ਕਲੀਅਰ ਕਰਨਾ ਪਿਆ ਵੀ ਮੈਂ ਮਾਫੀ ਮੰਗਣਾ ਵਾ, ਚਾਹੇ ਉਹ ਕਹਿ ਦੋ ਕਿ ਸਪਸ਼ਟੀਕਰਨ, ਚਾਹੇ ਮਾਫੀ ਨਾ ਵੀ ਮੰਗੀ ਹੋਵੇ, ਸਪਸ਼ਟੀਕਰਨ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਦੇ ਦਿੱਤਾ, ਵੀ ਮੇਰੀ ਕੋਈ ਇੱਦਾਂ ਮਨਸ਼ਾ ਨਹੀਂ ਸੀ। ਕਿ ਉਦੋਂ ਸਰਕਾਰ ਨੂੰ ਇੱਦਾਂ ਦਾ ਕੋਈ ਸਖਤ ਫੈਸਲਾ ਲੈ ਲੈਣਾ ਚਾਹੀਦਾ ਸੀਗਾ ਵੀ ਉਹਨਾਂ ਦੇ ਹੌਸਲੇ ਬੁਲੰਦ ਹੋ ਗਏ ਨੇ ਮੁਲਾਜ਼ਮਾਂ ਦੇ, ਵੀ ਅਸੀਂ ਤੇ ਐਮਐਲਏ ਨੂੰ ਨਹੀਂ ਅੱਗੇ ਲੱਗਣ ਦਿੱਤਾ ਤੇ ਬਾਕੀ ਸਰਕਾਰ ਕੀ ਚੀਜ਼ ਹੈਗੀ ਹੈ। ਉਹਨਾਂ ਨੂੰ ਤਾਂ ਮਾਫੀ ਵਾਲਾ ਨਹੀਂ ਸੀ ਹੋਇਆ, ਬਸ ਇਹ ਕਿ ਦੋਨਾਂ ਧਿਰਾਂ ਦੇ ਵਿੱਚ ਸਮਝੌਤਾ ਹੋ ਗਿਆ ਸੀ। ਮਾਫੀ ਤੇ ਉਹਨੇ ਐਮਐਲਏ ਨੇ ਕੀ ਮੰਗਣੀ ਸੀ, ਪਰ ਸਵਾਲ ਹੈ ਕਿ ਉਸ ਤੋਂ ਬਾਅਦ ਕਿਸੇ ਐਮਐਲਏ ਨੇ ਛਾਪੇ ਨਹੀਂ ਮਾਰੇ। ਸਰਕਾਰ ਜਾਂ ਐਮਐਲਏ ਉਦੋਂ ਬੈਕਫੁੱਟ ਤੇ ਇਸ ਕਰਕੇ ਆ ਗਏ ਸੀ ਕਿਉਂਕਿ ਉਹਨਾਂ ਦਾ ਰਾਈਟ ਹੀ ਨਹੀਂ ਹੈਗਾ। ਕਾਨੂੰਨ ਮੁਤਾਬਕ ਐਮਐਲਏ ਕਿਸੇ ਵੀ ਦਫ਼ਤਰ ਦੇ ਵਿੱਚ ਛਾਪਾ ਨਹੀਂ ਮਾਰ ਸਕਦੇ ਹੈਗੇ, ਪਰ ਇਹ ਨਵੇਂ ਸੀ ਨਾ, ਤੇ ਛਾਪੇ ਮਾਰੀ ਗਏ ਹੈਗੇ ਨੇ। ਪਰ ਤਾਣਾ ਬਾਣਾ ਇੰਨਾ ਵਿਗੜਿਆ ਹੈਗਾ ਕਿਉਂਕਿ ਫਿਰ ਉਹਨਾਂ ਨੇ ਜਿਹੜੇ ਅਫਸਰ ਇਕੱਠੇ ਹੋ ਗਏ ਵੀ ਸਾਡੇ ਕੰਮ ਦੇ ਵਿੱਚ ਵਿਘਨ ਪਾਉਂਦੇ ਨੇ। ਜੇ ਛਾਪੇ ਮਾਰਨੇ ਤੇ ਉਹ ਤੇ ਕਹਿ ਰਹੇ ਨੇ ਕਿ ਨਾਲ ਡੀਸੀ ਆਉਣਾ ਚਾਹੀਦਾ ਕੋਈ ਨਾ ਕੋਈ, ਤਾਂ ਹੀ ਛਾਪੇ ਮਾਰਦੇ। ਐਮਐਲਏ ਸਰਕਾਰ ਦਾ ਪਾਰਟ ਨਹੀਂ ਹੈਗੇ, ਲੇਕਿਨ ਸਰਕਾਰ ਉਹ ਲੱਭ ਸਕਦੀ ਸੀ, ਇੱਕ ਸਿੰਪਲ ਵੇ ਲੱਭ ਸਕਦੀ ਸੀ। ਪਰ ਉਹ ਆ ਕਿ ਉਸ ਤੋਂ ਬਾਅਦ ਸਵਾਲ ਇਹ ਹੈ ਕਿ ਜੇ ਤਾਂ ਤੁਸੀਂ ਬੇਈਮਾਨ ਹੋ ਤੇ ਫਿਰ ਤਾਂ ਤੁਹਾਨੂੰ ਡਰ ਆ। ਜਿਹੜਾ ਇਮਾਨਦਾਰ ਬੰਦਾ ਉਹਨੂੰ ਡਰਨ ਦੀ ਕੀ ਲੋੜ ਆ। ਇਸ ਕਰਕੇ ਜਿਹੜੀਆਂ ਮੰਗਾਂ ਨੇ, ਮੰਗਾਂ ਤੇ ਪੂਰੀਆਂ ਹੋਣੀਆਂ ਨਹੀਂ ਹੈਗੀਆਂ। ਤੁਸੀਂ ਤਾਂ ਹਰ ਤੁਹਾਡੀਆਂ ਮੰਗਾਂ ਵੱਧਦੀਆਂ। ਕਦੀ ਇਹਨਾਂ ਸਰਕਾਰੀ ਮੁਲਾਜ਼ਮਾਂ ਦੀ ਕਦੀ ਸਟੇਟਮੈਂਟ ਆਈ ਆ ਕਿ ਪੰਜਾਬ 'ਚ ਬੇਰੁਜ਼ਗਾਰ ਦੂਰ ਕੀਤੇ ਜਾਵੇ? ਕਿਸੇ ਪਟਵਾਰੀ ਨੇ ਕਿਹਾ ਜਿਹੜਾ 60 ਸਾਲ ਪਟਵਾਰੀ ਰਿਟਾਇਰਮੈਂਟ ਤੋਂ ਬਾਅਦ ਫਿਰ ਅੱਜ ਨੌਕਰੀ ਕਰਿਆ, ਸਰਕਾਰ ਨੇ, ਇਹਨਾਂ ਪਟਵਾਰੀਆਂ ਨੇ ਕਦੀ ਸਰਕਾਰ ਨੂੰ ਕਿਹਾ ਕਿ ਨਹੀਂ ਜੀ ਸਾਨੂੰ ਨਹੀਂ ਨੌਕਰੀ ਚਾਹੀਦੀ ਹੈਗੀ, ਤੁਸੀਂ ਨਵੇਂ ਮੁੰਡਿਆਂ ਨੂੰ ਭਰਤੀ ਕਰੋ? ਆਪ ਤੇ ਤੁਸੀਂ ਦੁਬਾਰਾ ਨੌਕਰੀਆਂ ਲਿਲੜੀਆਂ ਕੱਢ ਰਹੇ ਹੋ। 30 ਹਜ਼ਾਰ ਰੁਪਈਆ ਲੈ ਰਹੇ ਨੇ। ਹੁਣ 30 ਹਜ਼ਾਰ ਰੁਪਈਆ ਇੱਕ ਪਟਵਾਰੀ, 30 40 ਹਜ਼ਾਰ ਪੈਨਸ਼ਨ ਹੋ ਗਈ, 30 ਹਜ਼ਾਰ ਤੇ ਫਿਰ ਸਰਕਾਰ ਨੇ ਰੱਖ ਲਿਆ, ਤੇ ਮਹੀਨੇ ਦਾ 30 ਹਜ਼ਾਰ ਫਿਰ ਕਮਾ ਲੈਂਦੇ ਹੋਣਗੇ। ਉਹ ਤੇ ਲੱਖ ਰੁਪਈਏ ਸਰਕਾਰ ਨੂੰ ਪੈ ਰਿਹਾ। ਕਦੀ ਇਹਨਾਂ ਨੇ ਕਿਹਾ, ਕਦੀ ਕਾਨੂੰਗੋ ਨੇ ਕਦੀ ਕਿਹਾ ਕਿ ਨਵੇਂ ਮੁੰਡੇ ਭਰਤੀ ਕਰੋ ਜੀ, ਜਾਂ ਜਿਹੜੇ ਡੀਸੀ ਸਟਾਫ ਦੇ ਵਿੱਚ ਕਿਸੇ ਨੇ ਕਿਹਾ ਜੀ ਕਿ ਜੀ ਰਿਟਾਇਰਮੈਂਟ? ਉੱਦਾਂ ਦੇ ਰੋਂਦੇ ਨੇ ਸਰਕਾਰੀ ਮੁਲਾਜ਼ਮ ਵੀ ਨਹੀਂ ਜੀ ਸਾਡੀ 60 ਸਾਲ ਦੀ ਰਿਟਾਇਰਮੈਂਟ ਕਰ ਦਿਓ ਜੀ। ਕਦੀ ਕਿਸੇ ਨੇ ਕਿਹਾ 58 ਸਾਲ ਕਰ ਦਿਓ, ਕਿਸੇ ਨੇ ਕਿਹਾ ਕਿ 55 ਸਾਲ ਕਰ ਦਿਓ। ਨਹੀਂ, ਸਾਨੂੰ ਆਈ ਜਾਵੇ, ਨਵਿਆਂ ਨੂੰ ਰੁਜ਼ਗਾਰ ਨਾ ਮਿਲੇ। ਇਹ ਸਰਕਾਰਾਂ ਦੀਆਂ ਨੀਤੀਆਂ ਹੀ ਇੰਨੀਆਂ ਮਾੜੀਆਂ ਹੈਗੀਆਂ ਨੇ। ਇਸ ਕਰਕੇ ਮੈਨੂੰ ਲੱਗਦਾ ਕਿ ਜੇ ਤੇ ਜਿਹੜੇ ਇਮਾਨਦਾਰ ਨੇ ਉਹਨਾਂ ਨੂੰ ਤਾਂ ਡਰਨ ਦੀ ਲੋੜ ਨਹੀਂ, ਤੇ ਬੇਈਮਾਨ ਹਮੇਸ਼ਾ ਬੰਦਾ ਡਰਦਾ। ਜਿਹੜਾ ਬੰਦਾ ਕਮਜ਼ੋਰ ਹੋਵੇ, ਬੇਈਮਾਨ ਹੋਵੇ, ਉਹ ਡਰਦਾ। ਜਿਹੜਾ ਇਮਾਨਦਾਰ ਹੋਵੇ ਉਹ ਕਿਸੇ ਤੋਂ ਨਹੀਂ ਡਰਦਾ ਹੈਗਾ। ਹੁਣ ਸਵਾਲ ਇਹ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਵੱਡੇ ਬੋਲ ਬੋਲਦੇ ਨੇ। ਹੁਣ ਸਟ੍ਰਾਈਕ ਜਿੱਦਣ ਕੀਤੀ ਉਦੋਂ ਦੇਖਾਂਗੇ ਕਿ ਇਹ ਜਿਹੜੀ ਸਰਕਾਰ ਬੋਲੀ, ਅੱਜ ਭਗਵੰਤ ਮਾਨ ਸਾਹਿਬ ਨੇ ਐਲਾਨ ਕੀਤਾ, ਚਿੱਠੀਆਂ ਕੱਢਤੀਆਂ ਕਿ ਜਿਹੜਾ ਵੀ ਬੰਦਾ ਉਦੋਂ ਸਟ੍ਰਾਈਕ ਕਰੂਗਾ ਉਹਦੇ ਖਿਲਾਫ ਐਸਮਾ ਲਾਗੂ ਕਰ ਦਿਓ, ਉਹਦੇ ਖਿਲਾਫ ਕ੍ਰਿਮੀਨਲ ਕੇਸ ਰਜਿਸਟਰਡ ਕਰ ਦਿਓ, ਉਹਨੂੰ ਉਸੇ ਦਿਨ ਸਸਪੈਂਡ ਕਰ ਦਿਓ, ਉਹਦੀ ਸਰਵਿਸ ਬ੍ਰੇਕ ਕਰ ਦਿਓ। ਵੀ ਮੰਨ ਲਓ ਜੇ 10 ਸਾਲ ਦੀ ਬ੍ਰੇਕ ਹੋ ਗਈ, ਉਹਨੂੰ ਸਸਪੈਂਡ ਕਰ ਦਿੱਤਾ ਹੈਗਾ, ਉਹਦੀ ਫਿਰ ਨਵੇਂ ਸਿਰੋਂ ਸਰਵਿਸ ਸ਼ੁਰੂ ਹੋਊਗੀ। ਇਹ 3 ਜੇ ਬੋਲ ਪਗਾ ਦਿੱਤੇ ਗਏ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਵੀ ਮੁਲਾਜ਼ਮ ਜਥੇਬੰਦੀ ਜਿਹੜੀ ਰੈਗੂਲਰ ਮੁਲਾਜ਼ਮ ਨੇ ਉਹ ਸਟ੍ਰਾਈਕ ਨਹੀਂ ਕਰਨਗੇ। ਡਰ ਪੈ ਜਾਊਗਾ, ਖੌਫ ਚਾਹੀਦਾ ਹੈਗਾ। ਕੰਮ ਕਰੋ ਯਾਰ, 9 ਤੋਂ 5 ਕੰਮ ਕਰਨਾ ਹੈਗਾ। ਲੱਖਾਂ ਰੁਪਈਏ ਤੁਹਾਡੇ ਤਨਖਾਹ, 37 ਪ੍ਰਕਾਰ ਦੇ ਇਹਨਾਂ ਨੂੰ ਭੱਤੇ ਮਿਲਦੇ ਨੇ। ਇੱਥੇ ਲੋਕਾਂ ਦੀ 37 ਰੁਪਈਏ ਦਿਹਾੜੀ ਆ। ਜਦੋਂ ਮੌਂਟੇਕ ਸਿੰਘ ਆਹਲੂਵਾਲੀਆ ਵਾਈਸ ਚੇਅਰਮੈਨ ਸੀ ਜਿਹੜੇ ਉਹਦੇ ਪਲੈਨਿੰਗ ਕਮਿਸ਼ਨ ਦੇ, ਜਿਹਦਾ ਅੱਜ ਕੱਲ੍ਹ ਮੋਦੀ ਸਰਕਾਰ ਨੇ ਨਾਮ ਬਦਲਤਾ ਨੀਤੀਯੋਗ, ਉਹਨਾਂ ਕਿਹਾ ਸੀ ਕਿ ਪੰਜਾਬ ਇੰਡੀਆ ਦੇ ਵਿੱਚ 37 ਰੁਪਈਏ ਜਿਹੜੀ ਦਿਹਾੜੀ ਹੈ ਲੋਕਾਂ ਦੀ ਇੱਕ ਦੀ, ਉਹ ਵੀ ਬੜੇ ਖੁਸ਼ਹਾਲ ਆ। ਇਹਨਾਂ ਨੂੰ 37 ਤਰ੍ਹਾਂ ਦੇ ਨਹੀਂ, 100 ਤੋਂ ਵੱਧ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਭੱਤੇ ਮਿਲਦੇ ਹੈਗੇ ਨੇ, ਤੇ ਫਿਰ ਵੀ ਇਹਨਾਂ ਦਾ ਢਿੱਡ ਨਹੀਂ ਰੱਜਦਾ ਹੈਗਾ।
ਕੰਮ ਕਰਕੇ ਰਾਜੀ ਨਹੀਂ। ਤੁਸੀਂ ਦਫ਼ਤਰਾਂ ਦੇ ਵਿੱਚ ਚਲੇ ਜਾਓ, ਸਿੱਧੇ ਮੂੰਹ ਤੁਹਾਡੇ ਨਾਲ ਕੂੰਦੇ ਨਹੀਂ ਹੈਗੇ। ਕੁਰਸੀ ਖਾਲੀ ਹੋਊਗੀ, ਕਿਸੇ ਨੂੰ ਕੁਰਸੀ ਵਾਸਤੇ ਨਹੀਂ ਬੈਠਦੇ। ਕੋਈ ਪਾਣੀ ਮੰਗ ਲੇ ਤੇ ਅੱਖਾਂ ਕੱਢ ਕੇ ਪੈਂਦੇ ਨੇ, ਜਾਣ ਲੱਗੇ ਤੇ ਕਹਿੰਦੇ ਕਿ ਬੋਝੇ 'ਚ ਤੁਹਾਡੇ 'ਚ ਕੀ ਹੈਗਾ। ਪਿੰਡਾਂ ਦੇ ਵਿੱਚ ਚਲੇ ਜਾਓ, ਕੰਮ ਕਰਕੇ ਕੋਈ ਰਾਜੀ ਨਹੀਂ। ਦਫ਼ਤਰ ਖਾਲੀ, ਸਕੂਲ ਖਾਲੀ, ਐਜੂਕੇਸ਼ਨ ਡਿਪਾਰਟਮੈਂਟ ਖਾਲੀ, ਹੈਲਥ ਡਿਪਾਰਟਮੈਂਟ ਖਾਲੀ, ਡਿਸਪੈਂਸਰੀਆਂ ਖਾਲੀ, ਪਟਵਾਰਖਾਨਾ ਖਾਲੀ। ਉਹ ਕੰਮ ਕਰਕੇ ਨਹੀਂ, ਤਨਖਾਹ ਪਈ ਜਾ ਰਹੀ ਹੈਗੀ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਜੇ ਮੁੱਖ ਮੰਤਰੀ ਵਾਕਈ ਅੱਜ ਉਹਨਾਂ ਨੇ ਇਮਾਨਦਾਰੀ ਦੇ ਨਾਲ, ਉਹਨਾਂ ਦੀ ਇਮਾਨਦਾਰੀ ਤੇ ਡਾਊਟ ਨਹੀਂ ਹਲੇ ਤੱਕ ਪੰਜਾਬ ਦੀ ਜਨਤਾ ਨੂੰ, ਜੇ ਉਹ ਵਾਕਈ ਉਹਨਾਂ ਨੇ ਫੈਸਲਾ ਕੀਤਾ, ਪ੍ਰਣ ਕਰ ਲਿਆ ਹੈਗਾ, ਤਹਈਆ ਕਰ ਲਿਆ ਕਿ ਜਿਹੜਾ ਵੀ ਸਟਰਾਈਕ ਕਰੂਗਾ, ਬਲੈਕਮੇਲ ਕਰੂਗਾ, ਸਰਕਾਰ ਨੂੰ ਥ੍ਰੈਟ ਕਰੂਗਾ, ਉਹਦੇ ਖਿਲਾਫ ਐਸਮਾ ਲਾਗੂ ਕਰ ਦੇਣਾ ਹੈਗਾ। ਬੜਾ ਸਖਤ ਕਾਨੂੰਨ ਆ, 3 ਚੀਜ਼ਾਂ ਉਹਦੇ 'ਚ ਹੈਗਾ, ਪ੍ਰੋਵੀਜ਼ਨ ਹੈਗੀ ਆ। ਉਹਦੇ ਖਿਲਾਫ ਜਿਹੜਾ ਹੜਤਾਲ ਕਰੂ ਉਹਦੇ ਖਿਲਾਫ ਕ੍ਰਿਮੀਨਲ ਕੇਸ ਰਜਿਸਟਰਡ ਹੋਊਗਾ, ਉਹਦੇ ਖਿਲਾਫ ਉਸੇ ਦਿਨ ਨੂੰ ਸਸਪੈਂਡ ਕੀਤਾ ਜਾਊਗਾ, ਉਹਦੇ ਸਰਵਿਸ ਬ੍ਰੇਕ ਹੋ ਜਾਏਗੀ ਔਰ ਉਸ ਤੋਂ ਬਾਅਦ ਕੋਈ ਨਹੀਂ ਉੱਠੂਗਾ। ਇਹ ਨਹੀਂ ਹੋ ਸਕਦਾ ਕਿ ਤੁਸੀਂ ਹੜਤਾਲ ਕਰੀ ਚਲੋ ਕੰਮ 'ਚ ਵਿਘਨ ਪੈ ਜੇ, ਲੋਕਾਂ ਦੀ ਖੱਜਲ ਖਵਾਰੀ ਵੱਧ ਜੂਗੀ। ਤੁਸੀਂ ਤੇ ਆਪਣਾ ਸੋਚਦੇ ਹੋ, ਬਾਕੀ ਪੰਜਾਬ ਦਾ ਕਿਹਨੇ ਸੋਚਣਾ ਹੈਗਾ। ਇਸ ਕਰਕੇ ਜਿਹੜੇ ਦੇ ਬੇਰੁਜ਼ਗਾਰ ਹੋ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਰੁਜ਼ਗਾਰ ਨਹੀਂ ਮਿਲਦਾ, ਜਿਨ੍ਹਾਂ ਨੂੰ ਪੰਜਾਬ ਪੁਲਿਸ ਰੋਜ਼ ਛੱਲੀਆਂ ਵਾਂਗੂ ਕੁੱਟਦੀ ਆ, ਆਪਾਂ ਉਹਨਾਂ ਦਾ ਤਾਂ ਮੰਨ ਕੇ ਚੱਲਦੇ ਕਿ ਰਾਈਟ ਹੈਗਾ। ਤੇ ਜਿਹੜੇ ਖਾਂਦੇ ਪੀਂਦੇ ਨੇ, ਲੱਖਾਂ ਰੁਪਈਏ ਤਨਖਾਹ ਰਹਿੰਦੇ, ਜੇ ਉਹ ਵੀ ਬੰਦਾ ਰੋ ਰਿਹਾ ਨਾ, ਜੇ ਲੱਖ ਰੁਪਈਆ ਲੈ ਕੇ ਵੀ ਤੁਹਾਡਾ ਢਿੱਡ ਨਹੀਂ ਭਰਦਾ, ਲੱਖ ਰੁਪਈਆ ਲੈ ਕੇ ਵੀ ਤੁਹਾਡੀਆਂ ਮੰਗਾਂ ਅਧੂਰੀਆਂ ਨੇ, ਤੇ ਫਿਰ ਤੇ ਕਿਤੇ ਨਹੀਂ, ਫਿਰ ਤੇ ਤੁਹਾਨੂੰ ਰੱਜ ਆਉਣਾ ਨਹੀਂ ਹੈਗਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਮਸਲੇ 'ਤੇ ਸਿਆਸਤ ਵੀ ਹੋਏਗੀ। ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਕਹਿਤਾ ਕਿ ਸਰਕਾਰ ਜਿਹੜਾ ਐਸਮਾ ਲਾਗੂ ਕਰ ਰਹੀ, ਅਸੀਂ ਇਹਦੇ ਖਿਲਾਫ ਆ। ਕਿਉਂ ਖਿਲਾਫ ਹੋ? ਤੁਹਾਡੇ ਵੇਲੇ ਵੀ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਤੇ ਅੱਜ ਇਹ ਤੁਹਾਡੀ ਨੌਬਤ ਨਾ ਆਉਂਦੀ। ਕਾਨੂੰਨ ਦੇ ਦਾਇਰੇ ਦੇ ਵਿੱਚ ਜੇ ਰਹਿ ਕੇ ਕੁਛ ਤੁਸੀਂ ਕਰਦੇ ਤਾਂ ਠੀਕ ਹੈ। ਜੇ ਸਰਕਾਰਾਂ ਨੂੰ ਤੁਸੀਂ ਬਲੈਕਮੇਲ ਕਰਨਾ ਵਾ ਤੇ ਫਿਰ ਸਿਸਟਮ ਤੇ ਕਲੈਪਸ ਹੋਊਗਾ। ਪ੍ਰਾਈਵੇਟ ਅਦਾਰੇ ਕਿਉਂ ਕਾਮਯਾਬ ਆ ਗਏ ਨੇ? ਸਰਕਾਰੀ ਤਨਖਾਹਾਂ ਤੁਸੀਂ ਲੈਂਦੇ, ਨਿਆਣੇ ਤੁਹਾਡੇ ਸਾਰਿਆਂ ਦੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ, ਸਰਕਾਰੀ ਲੱਖਾਂ ਰੁਪਏ ਤਨਖਾਹ ਲੈਂਦੇ, ਇਲਾਜ ਤੁਸੀਂ ਪ੍ਰਾਈਵੇਟ ਹਸਪਤਾਲਾਂ 'ਚ ਕਰਦੇ। ਹਰ ਕੋਈ ਸਰਕਾਰੀ ਨੌਕਰੀ ਮੰਗਦਾ, ਲੇਕਿਨ ਨਿਆਣੇ ਵੀ ਪ੍ਰਾਈਵੇਟ ਸਕੂਲਾਂ 'ਚ, ਕੌਨਵੈਂਟ ਸਕੂਲਾਂ 'ਚ ਪੜ੍ਹਨੇ ਚਾਹੀਦੇ, ਇਲਾਜ ਵੀ ਉੱਥੇ ਕਰਾਉਣਾ ਚਾਹੀਦਾ ਹੈਗਾ। ਸਰਕਾਰੀ ਸਿਸਟਮ ਹੀ ਵਧੀਆ ਐਜੂਕੇਸ਼ਨ, ਲੇਕਿਨ ਇਹਨਾਂ ਦਾ ਵਿਗੜਿਆ। ਔਰ ਮੈਨੂੰ ਸਮਝ ਲੱਗੀ ਕਿ ਅਕਾਲੀ ਦਲ ਦੀ ਜਿਹੜੀ ਸਟੇਟਮੈਂਟ ਆਈ ਆ, ਉਹ ਕੀ ਚਾਹੁੰਦੇ ਨੇ ਕਿ ਅਸੀਂ ਸਟੇਟਮੈਂਟ ਦੇ ਦਾਂਗੇ ਤੇ ਪੰਜਾਬ ਦਾ ਸਰਕਾਰੀ ਮੁਲਾਜ਼ਮ ਤੇ ਬੋਰਡ ਕਾਰਪੋਰੇਸ਼ਨ ਮਿਲਾ ਕੇ, ਕੱਚੇ ਪੱਕੇ ਮਿਲਾ ਕੇ, ਰੈਗੂਲਰ ਮਿਲਾ ਕੇ ਕੋਈ 5-5.5 ਲੱਖ ਕਰਮਚਾਰੀ ਬਣ ਜਾਂਦਾ, ਕਿ ਉਹ ਤੁਹਾਨੂੰ ਵੋਟਾਂ ਪਾ ਦੇਣਗੇ। ਮਤਲਬ ਕਿ ਤੁਸੀਂ ਮੁਲਾਜ਼ਮਾਂ ਨੂੰ ਹੱਲਾਸ਼ੇਰੀ ਦੇ ਰਹੇ। ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਜਿਹੜਾ ਤੁਸੀਂ ਭਗਵੰਤ ਮਾਨ ਸਾਹਿਬ ਨੇ ਸਟੇਟਮੈਂਟ ਜਾਰੀ ਕੀਤੀ ਆ, ਉਹਦੇ ਥੱਲੇ ਕਮੈਂਟ ਪੜ੍ਹ ਕੇ ਵੇਖੋ, ਲੋਕਾਂ ਨੇ ਤਾਰੀਫ ਹੀ ਕੀਤੀ ਆ ਇਸ ਮਸਲੇ 'ਚ। ਦੂਜਾ ਮਸਲਾ ਜਿਹੜੀ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਨਨੀय ਹਾਈ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ ਤੇ ਕੱਲ ਉਹਦੀ ਤਰੀਕ ਹੈਗੀ ਹੈ। ਕੀ ਸੰਭਾਵਨਾ ਕੀ ਹੈਗੀਆਂ ਨੇ ਕਿ ਇਹ ਜਿਹੜਾ ਚੋਣਾਂ ਨੇ ਇਹਦਾ ਅੱਗੇ ਜਲਦੀ ਹੋਣਗੀਆਂ, ਸਮੇਂ ਤੇ ਹੋਣਗੀਆਂ ਜਾਂ ਦੇਰੀ ਹੋ ਸਕਦੀ ਆ? ਨਹੀਂ, ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜਾ 10 ਤਰੀਕ ਨੂੰ ਪੰਜਾਬ ਸਰਕਾਰ ਨੇ 10 ਅਗਸਤ ਨੂੰ ਫੈਸਲਾ ਲਿਆ ਕਿ ਇੱਕ ਫੈਸਲੇ ਦੇ ਨਾਲ ਨਾ ਉਹ ਕੈਬਨਿਟ ਦੇ ਵਿੱਚ ਵਿਚਾਰੇਗਾ, ਸਿੱਧਾ ਆਰਡਰ ਪਾਸ ਕਰਤੇ ਕਿ ਅੱਜ ਤੋਂ ਬਾਅਦ ਪੰਚਾਇਤਾਂ ਭੰਗ ਨੇ 13,248 ਦੇ ਕਰੀਬ, ਔਰ ਉਹਨਾਂ ਦੀ ਜਗ੍ਹਾ ਪ੍ਰਬੰਧਕ ਲਗਾ ਦਿੱਤੇ ਜਾਣਗੇ। ਉਹ ਸਰਾਸਰ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। 2 ਚੁਣੌਤੀਆਂ ਦਿੱਤੀਆਂ, ਇੱਕ ਤੇ ਪੰਜਾਬ ਦੀ ਸਰਪੰਚ ਯੂਨੀਅਨ ਵੱਲੋਂ ਦਿੱਤੀ ਗਈ, ਇੱਕ ਕੋਈ ਰਣਜੀਤ ਸਿੰਘ ਨੇ ਜਿਹੜੇ ਅਕਾਲੀ ਦਲ ਦੇ ਲੀਡਰ ਉਹਨਾਂ ਨੂੰ ਦਿੱਤੀ ਗਈ ਹੈ। ਉਹਦੀ 2 ਵਾਰ ਸੁਣਵਾਈ ਹੋ ਚੁੱਕੀ ਹੈ, ਭਲਕੇ ਫਾਈਨਲ ਸੁਣਵਾਈ ਹੈ ਨਾ ਜਿਹੜੀ ਹੋਣੀ ਆ। ਉਸ ਸੁਣਵਾਈ ਦੇ ਵਿੱਚ ਬੜਾ ਸਰਕਾਰ ਨੂੰ ਫਟਕਾਰ ਵੀ ਲੱਗੀ ਹੈਗੀ ਇਸ ਮਸਲੇ ਦੇ ਵਿੱਚ, ਜਿਹੜੀਆਂ ਪਹਿਲੀਆਂ ਸੁਣਵਾਈਆਂ, ਕਿਉਂਕਿ ਸਰਕਾਰ ਕਰੀ ਜੀ 13,000 ਤੋਂ ਵੱਧ ਜਿਹੜੇ ਪੰਚਾਇਤਾਂ ਨੇ ਉਹਨਾਂ ਦੇ ਖਾਤਿਆਂ ਦੇ 1,000 ਕਰੋੜ ਰੁਪਈਆ ਸਾਨੂੰ ਖਦਸ਼ਾ। ਕਿਸ ਚੀਜ਼ ਦਾ ਖਦਸ਼ਾ? ਪਿੰਡ ਦੇ ਸਰਪੰਚ ਜਾਂ ਪੰਚ ਵੀ ਤਾਂ ਲੋਕ ਚੁਣਦੇ ਨੇ, ਜਿਵੇਂ ਤੁਹਾਨੂੰ MLA ਬਣਾਇਆ ਗਿਆ, ਮੰਤਰੀ ਬਣਾਇਆ, ਲੋਕ ਹੀ ਚੁਣਦੇ ਨੇ। ਤੇ ਫਿਰ ਤੁਹਾਡੇ ਤੇ ਲੋਕੀ ਵਿਸ਼ਵਾਸ ਨਾ ਕਰਨ ਵੀ ਤੁਸੀਂ ਪੈਸੇ ਨੂੰ ਖੁਰਦ-ਬੁਰਦ ਕਰ ਦੋਗੇ, ਤੇ ਤੁਸੀਂ ਸਰਪੰਚਾਂ ਦੇ ਮਸਲੇ 'ਚ ਕਿਵੇਂ ਕਹਿ ਸਕਦੇ ਕਿ 1,000 ਕਰੋੜ ਰੁਪਈਆ ਪਿਆ, ਉਹਦੀ ਸਾਨੂੰ ਕੋਈ ਐਪਰੀਹੈਂਸ਼ਨ ਆ ਜੀ। ਇਸ ਮਸਲੇ ਦੇ ਵਿੱਚ ਉਹਨਾਂ ਕਿਹਾ, ਅਦਾਲਤ ਨੇ ਕਿਹਾ ਕਿ ਆਪਣਾ ਰਿਕਾਰਡ ਲੈ ਕੇ ਆਓ। ਹੁਣ ਸਭ ਤੋਂ ਵੱਡੀ ਗੱਲ, ਰਿਕਾਰਡ ਲੈ ਕੇ ਆ ਤਾਂ ਹੁਣ ਕੱਲ੍ਹ ਸੁਣਵਾਈ ਆ, ਇੱਕ ਤੇ ਚੀਫ ਜਸਟਿਸ ਸਾਹਿਬ ਕਰ ਰਹੇ ਨੇ ਇਸ ਮਸਲੇ ਦੀ ਸੁਣਵਾਈ, 1-2 ਜਸਟਿਸ ਸਾਹਿਬ ਹੋਰ ਨੇ। ਹੁਣ ਦੋਨਾਂ ਦੀ ਹੈ ਇਸ ਮਸਲੇ 'ਤੇ ਦੇਖੋ ਫੈਸਲਾ ਬੜਾ, ਜੇ ਸਟੇ ਮਿਲ ਗਈ ਸਰਕਾਰ ਦੀ ਤਦ ਵੀ ਝਟਕਾ ਸਰਕਾਰ ਨੂੰ। ਜੇ ਉਹਨੇ ਕਿਹਾ ਕਿ ਸਰਕਾਰ ਇਹ ਵੀ ਕਹਿ ਸਕਦੀ ਕਿ ਅਸੀਂ ਜੀ ਇਲੈਕਸ਼ਨ ਕਰਾਉਣ ਨੂੰ ਤਿਆਰ ਹਾਂ। ਜੇ ਸਰਕਾਰ ਨੇ ਪੰਚਾਇਤਾਂ ਭੰਗ ਕਰਨੀਆਂ ਸੀ ਤੇ ਨਾਲ ਦੀ ਨਾਲ ਤੁਹਾਨੂੰ ਅਨਾਊਂਸਮੈਂਟ ਵੀ ਕਰਨੀ ਪੈਂਦੀ ਹੈਗੀ ਆ। ਸਰਕਾਰ ਨੇ ਅਨਾਊਂਸਮੈਂਟ ਨਹੀਂ ਕੀਤੀ। ਸਰਕਾਰ ਦਾ ਇਹ ਸੀ, ਪੋਲੀਟੀਕਲ ਮੰਤਵ ਸੀ ਕਿ 5-5.5 ਮਹੀਨੇ ਬਾਕੀ ਨੇ, ਸਾਡੇ ਜਿਹੜੇ ਪਿੰਡਾਂ ਦੇ ਵਿੱਚ ਵਰਕਰ ਨੇ
ਉਹ ਥੋੜਾ ਲਾਮਬੰਦ ਹੋ ਜਾਣਗੇ। ਉਹਨਾਂ ਦੇ ਨਾਮ ਜਰੀਏ ਹੁਣ ਪਿੰਡਾਂ 'ਚ 5.5 ਮਹੀਨੇ ਵਿਕਾਸ ਹੋਊਗਾ ਤੇ ਫਿਰ ਸਾਡੀਆਂ ਸਰਪੰਚੀ ਚੋਣਾਂ ਜਿੱਤਣੀਆਂ ਸਾਨੂੰ ਸੌਖੀਆਂ ਹੋ ਜਾਣਗੀਆਂ। ਇਹ ਪੋਲੀਟੀਕਲ ਮੰਤਵ ਆ। ਸਰਕਾਰ ਕੀ ਕਹਿੰਦੀ ਹੈ ਕਿ ਲੋਕ ਹਿੱਤ ਆ। ਲੋਕ ਹਿੱਤ ਤੇ ਪੋਲੀਟੀਕਲ ਹਿੱਤ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ। ਇਸ ਕਰਕੇ ਉਹਨੂੰ ਚੈਲੰਜ ਕੀਤਾ ਗਿਆ। ਹੁਣ ਸਰਕਾਰ ਇਹ ਵੀ ਕਹਿ ਸਕਦੀ ਆ ਜੀ ਕਿ ਅਸੀਂ ਇਲੈਕਸ਼ਨ ਜਲਦੀ ਕਰਵਾ ਦਿੰਦੇ ਹੈਗੇ ਜੀ, ਟਾਈਮ ਦੇ ਦੂਗੀ ਟਾਈਮ, ਤੇ ਫਿਰ ਕੋਰਟ ਦਾ ਫੈਸਲਾ ਹੋਰ ਤਰ੍ਹਾਂ ਹੋ ਸਕਦਾ। ਜੇ ਸਰਕਾਰ ਨਾ ਮੰਨੀ ਤੇ ਫਿਰ ਕੋਰਟ ਹੋਰ ਵੀ ਫੈਸਲਾ ਦੇ ਸਕਦੀ। ਹੁਣ ਇੱਕ ਉਹਦੇ 'ਚ ਨਵੀਂ ਗੱਲ ਸਾਹਮਣੇ ਆਈ ਆ, ਇੱਕ ਤੇ ਸਰਕਾਰ ਨੂੰ ਖਦਸ਼ਾ 1000 ਕਰੋੜ ਦਾ, ਦੂਜਾ ਤੁਹਾਡੇ ਕੋਲ ਜਦੋਂ ਆਪਣੇ ਦਫ਼ਤਰ ਦੇ ਵਿੱਚ ਐਡਵੋਕੇਟ ਜਨਰਲ ਇੱਕ ਪੂਰਾ ਆਫਿਸ ਹੈ ਜਿਹਦੇ 'ਚ 100 ਤੋਂ ਵੱਧ ਵਕੀਲਾਂ ਦੀ ਟੀਮ ਹੋਏਗੀ। ਪਤਾ ਲੱਗਾ ਕਿ ਇੱਕ ਹੋਰ ਵਕੀਲ ਪ੍ਰਾਈਵੇਟ ਹਾਇਰ ਕੀਤਾ ਗਿਆ। ਕਾਨੂੰਨ ਇਹ ਕਿ ਆ ਵੈਸੇ ਅਕਸਰ ਆ ਪਿਛਲੀਆਂ ਸਰਕਾਰਾਂ ਵੇਲੇ ਵੀ ਕਿ ਜੇ ਕੋਈ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਹੁੰਦਾ ਤੇ ਤੁਸੀਂ ਕੋਈ ਵਕੀਲ ਹਾਇਰ ਕਰ ਸਕਦੇ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੀ ਦੇ ਤੁਸੀਂ ਕੋਈ ਨਿੱਜੀ ਪ੍ਰਾਈਵੇਟ ਵਕੀਲ ਕਰੇ ਫੀਸਾਂ ਦੇ ਕੇ, ਫਿਰ ਪੰਜਾਬ ਦਾ ਐਡਵੋਕੇਟ ਜਨਰਲ ਦਫ਼ਤਰ 'ਚ 100 ਬੰਦਾ ਭਰਤੀ ਕਰਨ ਦੀ ਕੀ ਜ਼ਰੂਰਤ ਹੈ, ਜਿਨ੍ਹਾਂ ਨੂੰ 1 ਲੱਖ ਤੋਂ ਲੈ ਕੇ 2.5 ਲੱਖ ਰੁਪਏ ਤੱਕ ਤਨਖਾਹਾਂ ਦਿੰਦੇ ਹੋ। ਹੁਣ ਪਲ ਕੇ ਬੜਾ ਕਰੂਸ਼ਲ ਡੇ ਆ ਕਿ ਸਰਕਾਰ ਜਿੱਤਦੀ ਆ ਜਾਂ ਜਿਨ੍ਹਾਂ ਨੇ ਪਟੀਸ਼ਨ ਪਾਈ ਉਹ ਜਿੱਤਦੇ ਜਾਂ ਪਿੰਡ ਦੇ ਸਰਪੰਚ ਜਿੱਤਦੇ, ਕਿਉਂਕਿ ਪਿੰਡਾਂ ਦੇ ਸਰਪੰਚਾਂ ਨੇ ਇਹ ਕਿਹਾ ਕਿ ਸਰਕਾਰ ਦਾ ਲੋਕ ਹਿੱਤ ਨਹੀਂ, ਇਹ ਪੋਲੀਟੀਕਲ ਮੰਤਵ ਸੀ। ਔਰ ਦੂਜਾ ਉਹਨਾਂ ਨੇ ਪਿੰਡਾਂ ਦੇ ਵਿੱਚ ਮਤੇ ਪਾਸ ਕੀਤੇ ਸੀ, ਉਹ ਮਤਿਆਂ ਦਾ ਆਧਾਰ ਬਣਾ ਕੇ ਸਰਕਾਰ ਨੂੰ ਚੈਲੰਜ ਕੀਤਾ ਗਿਆ। 2 ਪਟੀਸ਼ਨਾਂ ਪੈ ਗਈਆਂ ਨੇ, ਉਹਨਾਂ ਪਟੀਸ਼ਨਾਂ ਦੀ ਭਲਕੇ ਮਤਲਬ ਸੁਣਵਾਈ ਆ, ਉਹਦੇ 'ਚ ਸਰਕਾਰ ਨੂੰ ਬੈਕਫੁੱਟ ਤੇ ਆਉਂਦੀ ਕਿ ਨਹੀਂ ਆਉਂਦੀ। ਪਰ ਦੂਜਾ ਇਹ ਵੀ ਪਤਾ ਲੱਗਾ ਕਿ ਭਗਵੰਤ ਮਾਨ ਸਾਹਿਬ ਨੇ ਖਿਚਾਈ ਕੀਤੀ ਹੈ ਇਹਨਾਂ ਦੀ, ਪੇਂਡੂ ਵਿਕਾਸ ਪੰਚਾਇਤ ਮਹਿਕਮੇ ਦੇ ਅਧਿਕਾਰੀਆਂ ਦੀ ਤੇ ਨਾਲੇ ਆਪਣੇ ਅਧਿਕਾਰੀਆਂ ਦੀ, ਕਿ ਤੁਸੀਂ ਇਹ ਫੈਸਲਾ ਗਲਤ ਕਿਉਂ ਲਿਆ, ਤੁਸੀਂ ਗਮਰਾਹ ਕਿਉਂ ਕੀਤਾ ਸਰਕਾਰ ਨੂੰ। ਤੁਹਾਨੂੰ ਇਲੈਕਸ਼ਨ ਕਰਵਾਉਣੀ ਹੀ ਪੂਰੀ ਤਿਆਰੀ ਕਰਦੇ, ਪੂਰਾ ਕੇਸ ਤਿਆਰ ਕਰਦੇ। ਹੁਣ ਦੇਖੋ ਅਫਸਰ ਡਰੇ ਪਏ ਨੇ, ਪਿੰਡਾਂ ਦੇ ਜਿਹੜੇ ਪ੍ਰਬੰਧਕ ਉਹ ਵੀ ਡਰੇ ਪਏ ਨੇ ਕਿ ਹਾਈ ਕੋਰਟ ਅਸੀਂ ਕੋਈ ਗਲਤ ਕੰਮ ਕਰ ਲਿਆ ਤੇ ਅਸੀਂ ਫਸ ਜਾਾਂਗੇ। ਇਸ ਕਰਕੇ ਸਰਕਾਰ ਖੁਦ ਹੀ ਭੰਬਲ ਭੂਸੇ 'ਚ ਫਸ ਗਈ ਆ। ਸਰਕਾਰ ਨੇ ਤੇ ਆਪਣੀ ਵੱਲੋਂ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੰਚਾਇਤਾਂ ਭੰਗ ਕਰ ਲਈਆਂ, 13,248 ਪਿੰਡਾਂ ਦੇ ਵਿੱਚ ਸਾਡੇ ਸਰਪੰਚ ਚੁਣੇ ਜਾਣਗੇ। ਇੱਕ ਸੁਪਨਾ ਹੀ ਲੈ ਲਿਆ ਕਿ ਆਪਾਂ 5.5 ਮਹੀਨੇ ਪਹਿਲਾਂ ਭੰਗ ਕਰ ਦਿੰਦੇ ਆ, ਸਾਡੇ ਜਿਹੜੇ ਵਲੰਟੀਅਰ ਆ ਨਾਲੇ ਉਹ ਸਰਪੰਚਾਂ ਦੀ ਤਿਆਰੀ ਕਰ ਲੈਣਗੇ ਤੇ ਪ੍ਰਬੰਧਕ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਜ਼ਰੀਏ ਕੰਮ ਕਰਨਗੇ ਤੇ ਸਾਡੀ ਬੱਲੇ ਬੱਲੇ ਹੋ ਜਾਊਗੀ। ਉਹ ਉਲਟਾ ਕੰਮ ਪੈ ਗਿਆ। ਤੁਸੀਂ ਜੋ ਸੋਚਦੇ ਨਾ ਉਹ ਕਦੀ ਹੁੰਦਾ ਨਹੀਂ ਆ, ਤੁਸੀਂ ਸੋਚਿਆ ਹੋਇਆ ਨਹੀਂ, ਤੇ ਜਿਹੜਾ ਹੋਣਾ ਹੁੰਦਾ ਵਾ ਉਹ ਕਦੀ ਬੰਦੇ ਨੇ ਸੋਚਿਆ ਨਹੀਂ ਹੁੰਦਾ। ਤੇ ਆਮ ਆਦਮੀ ਪਾਰਟੀ ਲੱਗਦਾ ਹਜੇ ਵੀ ਸੁਪਨੇ ਦੇ ਵਿੱਚ ਆ ਜਾਂ ਸੁੱਤੀ ਪਈ ਹੈਗੀ ਆ। ਸੁੱਤੇ ਪਏ ਫੈਸਲੇ ਉਲਟੇ ਪੈਂਦੇ ਨੇ। ਉਹ ਇਤਿਹਾਸ ਦੇ ਵਿੱਚ ਵੀ ਆ ਕਿ ਉਹ ਸੱਸੀ ਪੰਨੂ ਵਾਲਾ ਸੁੱਤੇ ਰਹਿ ਗਏ ਸੀ ਬਾਅਦ 'ਚ। ਇਸ ਕਰਕੇ ਇਹ ਲੱਗਦਾ ਕਿ ਸਰਕਾਰ ਨੂੰ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ। ਕਿਸੇ ਵੇਲੇ ਸਰਕਾਰ ਨੂੰ ਸਲਾਹਕਾਰ ਵੀ ਮਰਵਾ ਜਾਂਦੇ ਨੇ। ਬਹੁਤ ਬਹੁਤ ਸ਼ੁਕਰੀਆ। ਅੱਜ ਅਸੀਂ 2 ਮੁੱਦੇ 'ਤੇ ਚਰਚਾ ਕੀਤੀ। ਇਹ ਦੋਵੇਂ ਤੁਹਾਨੂੰ ਜਿਹੜੇ ਮੁੱਦੇ ਨੇ ਇਹ ਕਿਵੇਂ ਲੱਗੇ, ਆਪਣੀ ਰਾਏ ਸਾਨੂੰ ਜ਼ਰੂਰ ਭੇਜ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।